ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਸੋ ਦੋਸਤੋ, ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੰਪੋਰਟਡ ਇੰਡੀਅਨ ਕਨਸਟੀਟਿਊਸ਼ਨ ਦੇ ਕੁਐਸਚਨਸ MCQs ਜੋ ਤੁਹਾਡੇ ਆਉਣ ਵਾਲੇ ਜਿੰਨੇ ਵੀ ਐਗਜ਼ਾਮਸ ਨੇ ਉਹਨਾਂ ਲਈ ਹੈਲਪਫੁਲ ਹੋਣਗੇ। ਤੁਸੀਂ ਸਾਰਿਆਂ ਨੇ ਪੋਲਿਟੀ ਪੜ੍ਹੀ ਹੋਊਗੀ, ਸੋ ਆਪਣੇ ਆਪ ਦੇ ਤੁਸੀਂ ਨੰਬਰ ਚੈੱਕ ਕਰੋ ਤੁਹਾਡੇ ਕਿੰਨੇ ਨੰਬਰਸ ਆਉਂਦੇ ਨੇ। ਠੀਕ ਹੈ, ਸੋ ਆਪਣੇ ਆਪ ਨੂੰ ਚੈੱਕ ਕਰਨਾ ਹੈ ਤੁਹਾਡੇ ਕਿੰਨੇ ਨੰਬਰ ਬਣਦੇ ਨੇ। ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਠੀਕ ਹੈ, ਸੋ ਪਹਿਲਾ ਕੁਐਸਚਨ ਹੈ, ਹੂ ਇਜ਼ ਦਾ ਨੋਨ ਐਜ਼ ਦਾ ਫਾਦਰ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਭਾਰਤ ਸੰਵਿਧਾਨ ਦੇ ਪਿਤਾਮਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਸੋ ਇਸ ਦਾ ਆਨਸਰ ਹੈ ਡਾਕਟਰ ਭੀਮ ਰਾਓ ਅੰਬੇਦਕਰ ਨੂੰ। ਠੀਕ ਹੈ, ਡਾਕਟਰ ਭੀਮ ਅੰਬੇਦਕਰ ਨੂੰ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ। ਕਹਿੰਦਾ ਦੂਜਾ ਕੁਐਸਚਨ ਹੈ, ਹੂ ਵਾਜ਼ ਦਾ ਚੇਅਰਮੈਨ ਆਫ ਦਾ ਕਨਸਟੀਟਿਊਸ਼ਨ ਅਸੈਂਬਲੀ। ਜੋ ਸੰਵਿਧਾਨ ਸਭਾ ਦੇ ਚੇਅਰਮੈਨ ਕੌਣ ਸਨ? ਸੰਵਿਧਾਨ ਸਭਾ ਦੇ ਚੇਅਰਮੈਨ ਕੌਣ ਸਨ? ਇਹਦਾ ਸੀ ਰਜਿੰਦਰ ਪ੍ਰਸਾਦ। ਠੀਕ ਹੈ ਜੀ, ਜਿਹੜੇ ਚੇਅਰਮੈਨ ਸੀ ਕਨਸਟੀਟਿਊਸ਼ਨ ਅਸੈਂਬਲੀ ਦੇ ਉਹ ਕੌਣ ਸੀ? ਰਜਿੰਦਰ ਪ੍ਰਸਾਦ ਜੀ ਸੀ, ਜੋ ਕਿ ਆਪਣੇ ਇੰਡੀਆ ਦੇ ਫਸਟ ਪ੍ਰੈਜ਼ੀਡੈਂਟ ਵੀ ਨੇ। ਸੋ ਰਾਸ਼ਟਰਪਤੀ। ਠੀਕ ਹੈ, ਆਪਣੀ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਵੀ ਸੀ ਹਵਾ। ਠੀਕ ਹੈ, ਪ੍ਰੈਜ਼ੀਡੈਂਟ। ਸੋ ਨੈਕਸਟ ਹੈ, ਦ ਆਈਡੀਆ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਵਾਜ ਫਸਟ ਆਫ ਆਲ ਗਿਵਨ ਬਾਈ ਹੋਮ। ਠੀਕ ਹੈ, ਭਾਰਤ ਦੇ ਸੰਵਿਧਾਨ ਦਾ ਸਭ ਤੋਂ ਪਹਿਲਾ ਆਈਡੀਆ ਕਿਹਨੇ ਦਿੱਤਾ ਸੀ? ਠੀਕ ਹੈ, ਸੋ ਇਸ ਦਾ ਆਨਸਰ ਹੈ MN ਰॉय ਨੇ ਦਿੱਤਾ ਸੀ। ਕਿਸਨੇ ਦਿੱਤਾ ਸੀ? MN ਰॉय ਨੇ। ਠੀਕ ਹੈ ਜੀ। ਕਨਸਟੀਟਿਊਸ਼ਨ ਆਫ ਇੰਡੀਆ ਵਾਜ ਅਡੋਪਟਡ ਬਾਈ ਕਨਸਟੀਟਿਊਸ਼ਨ ਅਸੈਂਬਲੀ ਔਨ। ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨ ਸਭਾ ਦੁਆਰਾ ਅਪਣਾਇਆ ਗਿਆ ਸੀ ਕਦੋਂ? ਦੱਸੋ ਜੀ, ਕਦੋਂ ਅਪਣਾਇਆ ਗਿਆ ਸੀ? ਤਾਂ ਇਹ ਅਪਣਾਇਆ ਗਿਆ ਸੀ 26 ਨਵੰਬਰ 1949। 26 ਨਵੰਬਰ 1949 ਨੂੰ ਇਹ ਅਪਣਾ ਲਿਆ ਗਿਆ ਸੀ ਤੇ ਲਾਗੂ ਕਦੋਂ ਕੀਤਾ ਗਿਆ ਸੀ? 26 ਜਨਵਰੀ 1950 ਨੂੰ। ਠੀਕ ਹੈ ਜੀ, ਇਹ ਅਪਣਾਇਆ ਕਦੋਂ ਗਿਆ ਸੀ? ਠੀਕ ਹੈ ਜੀ। ਸੋ ਜਿਵੇਂ ਕੁਐਸਚਨ ਹੈ ਅਗਲਾ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? ਤਾਂ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ ਲਾਗੂ ਹੋਇਆ। ਠੀਕ ਹੈ ਜੀ। ਇਹ 15 ਜਨਵਰੀ ਗਲਤ ਹੋ ਗਿਆ ਜੀ, 26 ਜਨਵਰੀ 1950 ਮੈਂ ਬੋਲਿਆ ਸਹੀ ਪਰ ਗਲਤ ਕਰਤਾ ਲਿਖ ਕੇ। ਠੀਕ ਹੈ, ਸੋ 26 ਜਨਵਰੀ 1950 ਨੂੰ ਇਹ ਲਾਗੂ ਹੋਇਆ। ਅਗਲਾ ਹੈਗਾ, ਸੰਵਿਧਾਨ ਸਭਾ ਨੂੰ ਸੰਵਿਧਾਨ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲੱਗਿਆ? ਮਤਲਬ ਕਨਸਟੀਟਿਊਸ਼ਨ ਬਣਾਉਣ ਲਈ ਆਪਣਾ ਕਿੰਨਾ ਟਾਈਮ ਲੱਗਿਆ? ਸੋ ਇਸ ਦਾ ਸਹੀ ਆਨਸਰ ਹੈ 2 ਸਾਲ 11 ਮਹੀਨੇ ਤੇ 18 ਦਿਨ ਲੱਗੇ। ਸੋ 2 ਸਾਲ 11 ਮਹੀਨੇ ਤੇ 18 ਦਿਨ ਲੱਗੇ। ਠੀਕ ਹੈ ਜੀ। The first linguistic state of Andhra come into the existence on। ਯਾਨੀ ਭਾਸ਼ਾ ਦੇ ਆਧਾਰ ਤੇ ਆਂਧਰਾ ਨੂੰ ਪਹਿਲਾ ਰਾਜ ਬਣਾਇਆ ਗਿਆ ਤੇ ਕਦੋਂ ਬਣਾਇਆ ਗਿਆ? ਕਦੋਂ ਬਣਾਇਆ ਗਿਆ? ਸੋ ਇਸ ਦਾ ਆਨਸਰ ਹੈ ਭਾਸ਼ਾ ਦੇ ਆਧਾਰ ਤੇ ਜਿਹੜਾ ਆਂਧਰਾ ਪ੍ਰਦੇਸ਼ ਹੈ ਉਹਨੂੰ ਪਹਿਲਾ ਰਾਜ ਕਦੋਂ ਬਣਾਇਆ ਗਿਆ ਬੱਚੇ? ਆਪਣਾ 1 ਅਕਤੂਬਰ 1953 ਨੂੰ। 1 ਅਕਤੂਬਰ 1953 ਨੂੰ। ਠੀਕ ਹੈ ਜੀ। ਅਗਲਾ, ਫਸਟ ਸਪੀਕਰ ਆਫ ਲੋਕ ਸਭਾ ਵਾਜ। ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਸਨ? ਸੋ ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਸਨ ਬੱਚੇ? ਸੋ ਸੀ GV ਮਾਵਲੰਕਰ। ਠੀਕ ਹੈ ਜੀ, GV ਮਾਵਲੰਕਰ। ਠੀਕ ਹੈ ਜੀ, ਇਹ ਆਪਣਾ ਆਨਸਰ ਹੈ। ਸੋ ਨੈਕਸਟ ਹੈ, ਕਹਿੰਦਾ ਕਨਸਟੀਟਿਊਸ਼ਨ ਅਸੈਂਬਲੀ ਫॉर ਅਨਡਿਵਾਈਡਡ ਇੰਡੀਆ ਫਸਟ ਮਿਟ ਔਨ। ਮਤਲਬ ਅਣਵੰਡੇ ਭਾਰਤ ਲਈ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਬੁਲਾਈ ਗਈ? ਠੀਕ ਹੈ, ਪਹਿਲੀ ਮੀਟਿੰਗ ਜਦੋਂ ਸੰਵਿਧਾਨ ਸਭਾ ਦੀ ਬਣੀ ਸੀ ਬੱਚੇ, ਉਹ ਹੋਈ ਸੀ 9 ਦਸੰਬਰ 1946 ਨੂੰ ਹੋਈ ਸੀ। ਕਦੋਂ ਹੋਈ ਸੀ ਬੱਚੇ? 9 ਦਸੰਬਰ 1946 ਨੂੰ ਹੋਈ ਸੀ। ਠੀਕ ਹੈ। ਅਗਲਾ, ਭਾਰਤੀ ਸੰਵਿਧਾਨ ਦੀ ਸੰਵਿਧਾਨਿਕ ਪ੍ਰਣਾਲੀ ਦੀ ਨੇੜਿਓਂ ਪਾਲਣਾ ਕਰਦਾ ਹੈ। ਯਾਨੀ ਇੰਡੀਅਨ ਕਨਸਟੀਟਿਊਸ਼ਨ ਹੈ ਜਿਹੜਾ ਕਲੋਜ਼ਲੀ ਫੋਲੋ ਟੂ ਦ ਕਨਸਟੀਟਿਊਸ਼ਨ ਸਿਸਟਮ ਆਫ। ਯਾਨੀ ਜਿਹੜਾ ਭਾਰਤੀ ਸੰਵਿਧਾਨ ਹੈ ਆਪਣਾ ਜ਼ਿਆਦਾਤਰ ਕਿਹਦੇ ਨਾਲ ਮਿਲਦਾ ਜੁਲਦਾ ਹੈ? ਇਹ ਵੀ ਕਹਿ ਸਕਦੇ ਹੋ। ਸੋ ਇਹ ਆਪਣਾ ਆਨਸਰ ਆ ਜਾਂਦਾ UK ਨਾਲ। ਕਿਹਦੇ ਨਾਲ ਜੀ? UK ਦੇ। ਸੋ ਅਗਲਾ ਹੈਗਾ, which words were added to the preamble to the constitution through the 42 amendment act। ਠੀਕ ਹੈ, 42ਵੀਂ ਸੋਧ ਐਕਟ ਰਾਹੀਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜੇ-ਕਿਹੜੇ ਸ਼ਬਦ ਸ਼ਾਮਲ ਕੀਤੇ ਗਏ ਸਨ? ਇਹ ਕੁਐਸਚਨ ਹੈ ਆਪਣਾ। ਸੋ ਇਹਦੇ ਵਿੱਚ ਸੋਸ਼ਲਿਸਟ ਵੀ ਕੀਤਾ ਗਿਆ ਸੀ, ਸੈਕੂਲਰ ਵੀ ਤੇ ਇੰਟੀਗ੍ਰਿਟੀ ਵੀ। ਯਾਨੀ ਕਿ 42ਵੀਂ ਅਮੈਂਡਮੈਂਟ ਦੇ ਵਿੱਚ ਇਹ ਸਾਰੇ ਹੀ ਕੀ ਕੀਤੇ ਗਏ ਸੀ? ਵਰਡ ਆਪਣੇ ਐਡ ਕੀਤੇ ਗਏ ਸੀ ਪ੍ਰੈਂਬਲ ਦੇ ਵਿੱਚ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ।
ਰਾਸ਼ਟਰਪਤੀ ਕਿਸ ਧਾਰਾ ਦੇ ਤਹਿਤ ਰਾਜ ਵਿੱਚ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ? ਅੰਡਰ ਵਿਚ ਆਰਟੀਕਲ ਪ੍ਰੈਜ਼ੀਡੈਂਟ ਕੈਨ ਡਿਕਲੇਅਰ ਸਟੇਟ ਐਮਰਜੈਂਸੀ? ਦੱਸੋ ਜੀ ਕਿਹੜੇ ਆਰਟੀਕਲ ਨਾਲ ਜਿਹੜਾ ਰਾਸ਼ਟਰਪਤੀ ਹੈ ਸਟੇਟ ਦੇ ਵਿੱਚ ਐਮਰਜੈਂਸੀ ਲਗਾ ਸਕਦਾ ਹੈ? ਤਾਂ ਆਰਟੀਕਲ 356 ਦੇ ਤਹਿਤ ਰਾਸ਼ਟਰਪਤੀ ਸਟੇਟ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ। ਠੀਕ ਹੈ ਜੀ। ਹੁਣ ਅੱਗੇ ਹੈਗਾ ਦਾ ਇੰਸਰਸ਼ਨ ਆਫ ਲਿਬਰਟੀ ਇਕੁਐਲਿਟੀ ਐਂਡ ਫਰਟੈਂਟੀ ਇਨ ਦਾ ਪ੍ਰੈਂਬਲ ਡਰਾਈਵਡ ਫਰੋਮ। ਕਹਿੰਦਾ ਪ੍ਰਸਤਾਵਨਾ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਤਾ ਦਾ ਸੰਮਿਲਨ ਕਿਸ ਤੋਂ ਲਿਆ ਗਿਆ ਸੀ? ਤਾਂ ਬੱਚੇ ਇਹ ਜਿਹੜੇ ਵਰਡ ਲਿੱਤੇ ਗਏ ਸੀ ਕਿਸ ਤੋਂ ਲਿੱਤੇ ਗਏ ਸੀ? ਫ੍ਰੈਂਚ ਰੈਵੋਲੂਸ਼ਨ ਤੋਂ। ਕਿਸ ਤੋਂ ਜੀ? ਫ੍ਰੈਂਚ ਰੈਵੋਲੂਸ਼ਨ ਤੋਂ। ਠੀਕ ਹੈ ਜੀ। Which fundamental right is also available to a foreigner on the soil of India? ਭਾਰਤ ਦੀ ਧਰਤੀ ਤੇ ਕਿਸੇ ਵਿਦੇਸ਼ੀ ਨੂੰ ਵੀ ਕਿਹੜਾ ਮੌਲਿਕ ਅਧਿਕਾਰ ਉਪਲਬਧ ਹੈ? ਸੋ ਕਿਸੇ ਵੀ NRI ਲਈ ਇੰਡੀਆ ਤੇ ਕਿਹੜਾ ਰਾਈਟ ਟੂ ਲਾਈਫ ਦਾ ਜਿਹੜਾ ਮੌਲਿਕ ਅਧਿਕਾਰ ਹੈ ਉਹ ਉਹਦੇ ਲਈ ਹੈਗਾ। ਠੀਕ ਹੈ, ਕਿਸੇ ਵੀ ਫੋਰਨਰ ਲਈ ਇੰਡੀਆ ਦੀ ਧਰਤੀ ਤੇ। ਠੀਕ ਹੈ ਜੀ। ਸੋ ਅਗਲਾ ਹੈਗਾ from the which country constitution the right of equality has been borrowed? ਬਰਾਬਰੀ ਦਾ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ? ਦੱਸੋ ਜੀ ਰਾਈਟ ਟੂ ਇਕੁਐਲਿਟੀ ਦਾ ਜਿਹੜਾ ਆਪਣਾ ਹੈਗਾ ਆਪਾਂ ਨੇ ਕਿਹੜੇ ਦੇਸ਼ ਤੋਂ ਲਿੱਤਾ ਹੈ? ਤਾਂ ਇਹ ਜਿਹੜਾ ਆਪਾਂ ਲਿੱਤਾ ਹੈ ਬੱਚੇ ਕਿਸ ਤੋਂ ਲਿੱਤਾ ਹੈ? ਬ੍ਰਿਟੇਨ ਤੋਂ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਵਿਚ ਆਰਟੀਕਲ ਡਿਫਾਈਨਸ ਇਕੁਐਲਿਟੀ ਬਿਫੋਰ ਲਾ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾ। ਠੀਕ ਹੈ, ਕਹਿੰਦਾ ਕਿਹੜੇ ਲੇਖ ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਕਾਨੂੰਨ ਦੀ ਬਰਾਬਰ ਸੁਰੱਖਿਆ ਦੀ ਪਰਿਭਾਸ਼ਾ ਦਿੰਦਾ ਹੈ? ਯਾਨੀ ਕਿਹੜਾ ਆਰਟੀਕਲ ਹੈ ਵੀ ਕਾਨੂੰਨ ਦੇ ਸਾਹਮਣੇ ਜਿਹੜੇ ਹੈਗੇ ਨੇ ਸਾਰੇ ਬਰਾਬਰ ਹਨ? ਸੋ ਕਿਹੜਾ ਆਰਟੀਕਲ ਹੈ ਬੱਚੇ ਦੱਸੋ? ਇਹ ਆਪਣੇ ਕੋਲ ਆਰਟੀਕਲ ਨੰਬਰ 14 ਹੈ। ਠੀਕ ਹੈ ਜੀ। ਦ ਨੇਮ ਆਫ ਦਾ ਲਕੇਡਿਵ ਮਿਨੀਕੋਏ ਐਂਡ ਅਮੈਨਦੀਵੀ ਆਈਸਲੈਂਡ ਵਾਜ ਚੇਂਜ ਟੂ ਲਕਸ਼ਦੀਪ ਬਾਈ ਐਨ ਐਕਟ ਆਫ ਪਾਰਲੀਮੈਂਟ ਇਨ ਵਿਚ। ਸੰਸਦ ਦੇ ਇੱਕ ਐਕਟ ਦੁਆਰਾ ਲਕੇਡਿਵ, ਮਿਨੀਕੋਏ ਅਤੇ ਅਮੀਨਦੀਵੀ ਟਾਪੂਆਂ ਦਾ ਨਾਮ ਬਦਲ ਕੇ ਲਕਸ਼ਦੀਪ ਕਰ ਦਿੱਤਾ ਗਿਆ ਸੀ। ਕਦੋਂ ਕੀਤਾ ਗਿਆ ਸੀ? ਇਹ ਕੁਐਸਚਨ ਹੈ ਜੀ, ਕਦੋਂ ਕੀਤਾ ਗਿਆ ਸੀ? ਸੋ ਇਸ ਦਾ ਆਨਸਰ ਹੈ 1973 ਦੇ ਵਿੱਚ ਇਹਨਾਂ ਆਈਸਲੈਂਡਸ ਦਾ ਨਾਮ ਬਦਲ ਕੇ ਅਸੀਂ ਲਕਸ਼ਦੀਪ ਕਰ ਦਿੱਤਾ ਸੀ। ਠੀਕ ਹੈ ਜੀ। ਮੈਂਬਰ ਆਫ ਲੋਕ ਸਭਾ ਹੋਲਡ ਆਫਿਸ ਫੋਰ ਏ ਟਰਮ। ਜਿਹੜੇ ਲੋਕ ਸਭਾ ਦੇ ਮੈਂਬਰ ਹੁੰਦੇ ਹਨ ਉਹਨਾਂ ਦਾ ਕਾਰਜਕਾਲ ਕਿੰਨੇ ਸਾਲ ਲਈ ਹੁੰਦਾ ਹੈ? ਤਾਂ ਲੋਕ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦਾ ਕਾਰਜਕਾਲ 5 ਸਾਲ ਲਈ ਹੁੰਦਾ ਹੈ। ਦ ਮਿਨੀਮਮ ਏਜ ਟੂ ਕੁਆਲੀਫਾਈ ਫॉर ਦ ਇਲੈਕਸ਼ਨ ਟੂ ਦ ਲੋਕ ਸਭਾ। ਲੋਕ ਸਭਾ ਦੀ ਚੋਣ ਲੜਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਲੋਕ ਸਭਾ ਦੀ ਚੋਣ ਲੜਨ ਲਈ ਘੱਟੋ ਘੱਟ ਉਮਰ 25 ਸਾਲ ਹੋਣੀ ਚਾਹੀਦੀ ਹੈ ਜਾਂ ਲੋਕ ਸਭਾ ਦਾ ਮੈਂਬਰ ਬਣਨ ਲਈ। ਠੀਕ, ਇਹ ਵੀ ਕਹਿ ਸਕਦੇ ਹੋ। ਸੋ ਅੱਗੇ ਚੱਲਦੇ ਹਾਂ। ਵਿਚ ਇਜ਼ ਦਾ ਫੋਰਥ ਸਟੇਟ ਇਨ ਡੈਮੋਕ੍ਰੇਸੀ। ਲੋਕਤੰਤਰ ਵਿੱਚ ਚੌਥੀ ਜਾਇਦਾਦ ਕਿਹੜੀ ਹੈ? ਦੱਸੋ ਜੀ। ਤਾਂ ਇਹਦਾ ਆਨਸਰ ਆਊਗਾ ਮੀਡੀਆ। ਇੱਕ ਮਿੰਟ ਦੇਖੋ ਆਪਣੇ ਇੱਕ ਸੈਕਿੰਡ ਬੱਚੇ। ਆਪਣੇ ਡੈਮੋਕ੍ਰੇਸੀ ਦੇ 4th ਪਿਲਰ ਨੇ, 3 ਪਿਲਰ ਤਾਂ ਮੰਨੇ ਜਾਂਦੇ ਨੇ ਬੱਚੇ ਕਿਹੜੇ? ਐਗਜ਼ੀਕਿਊਟਿਵ, ਲੈਜਿਸਲੇਟਿਵ ਤੇ ਜੁਡੀਸ਼ਰੀ। ਤੇ ਚੌਥਾ ਕਿਹੜਾ ਮੰਨਿਆ ਜਾਂਦਾ ਬੱਚੇ? ਉਹ ਮੀਡੀਆ। ਸੋ ਉਸਨੇ ਚੌਥਾ ਪੁੱਛਿਆ ਤਾਂ ਚੌਥਾ ਪਿਲਰ ਕਿਹੜਾ ਆਪਣਾ? ਮੀਡੀਆ ਆ ਜਾਊਗਾ। ਠੀਕ ਹੈ ਬੱਚੇ। तो ਅੱਗੇ ਚੱਲਦੇ ਹਾਂ, ਅਗਰ ਕਲੀਅਰ ਹੈ। ਸੋ ਅਗਲਾ ਕੁਐਸਚਨ ਹੈ ਆਪਣਾ ਰਾਈਟ ਟੂ ਪ੍ਰੋਪਰਟੀ ਵਾਜ ਰਿਮੂਵਡ ਫਰੋਮ ਦਾ ਲਿਸਟ ਫੰਡਾਮੈਂਟਲ ਰਾਈਟ ਬਾਈ ਵਿਚ ਅਮੈਂਡਮੈਂਟ। ਆਪਣੇ ਫੰਡਾਮੈਂਟਲ ਰਾਈਟ ਦੇਖੋ ਉਹਦੇ ਵਿੱਚੋਂ ਇੱਕ ਆਪਣਾ ਰਾਈਟ ਆਪਾਂ ਨੂੰ ਰਿਮੂਵ ਕਰਤਾ ਸੀ, ਕਿਹੜਾ? ਰਾਈਟ ਟੂ ਪ੍ਰੋਪਰਟੀ। ਠੀਕ ਹੈ, ਕਿਹੜੀ ਅਮੈਂਡਮੈਂਟ ਦੇ ਵਿੱਚ ਕੀਤਾ ਸੀ ਇਹ? ਤਾਂ ਇਹ ਕੀਤਾ ਸੀ 44th ਅਮੈਂਡਮੈਂਟ ਦੇ ਵਿੱਚ। ਠੀਕ ਹੈ ਜੀ। Who appoints the Chief Election Commissioner of India? ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਦੱਸੋ ਜੀ। ਚੀਫ
ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਸੋ ਆਪਣਾ ਕੀ ਆਊਗਾ ਆਨਸਰ ਬੱਚੇ? ਪ੍ਰੈਜ਼ੀਡੈਂਟ ਕਰਦਾ ਹੈ। ਠੀਕ ਹੈ, ਪ੍ਰੈਜ਼ੀਡੈਂਟ ਹੈ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਦੀ ਕੀ ਕਰਦਾ ਹੈ? ਨਿਯੁਕਤੀ ਕਰਦਾ ਹੈ। Which fundamental right has been described by Dr. Ambedkar as the heart of soul of the Constitution? ਕਿਹੜੇ ਫੰਡਾਮੈਂਟਲ ਰਾਈਟ ਨੂੰ ਡਾਕਟਰ ਅੰਬੇਦਕਰ ਨੇ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਹੈ? ਸੋ ਇਸ ਦਾ ਸਹੀ ਆਨਸਰ ਹੈ ਰਾਈਟ ਟੂ ਕੌਨਸਟੀਟਿਊਸ਼ਨ ਰੈਮੀਡੀਜ਼। ਰਾਈਟ ਟੂ ਕੌਨਸਟੀਟਿਊਸ਼ਨ ਰੈਮੀਡੀਜ਼। ਸੋ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਬੱਚੇ। ਕਹਿੰਦਾ ਦ ਆਬਜੈਕਟਿਵ ਰੈਜ਼ੋਲੂਸ਼ਨ ਵਿਚ ਲੇਡ ਡਾਊਨ the main objective to guide the deliberations of the assembly was moved by assembly ਦੇ ਵਿਚਾਰ ਵਟਾਂਦਰੇ ਦੀ ਅਗਵਾਈ ਕਰਨ ਲਈ ਮੁੱਖ ਉਦੇਸ਼ ਨਿਰਧਾਰਿਤ ਕਰਨ ਵਾਲੇ ਉਦੇਸ਼ ਨੂੰ ਸੰਕਲਪ ਨੂੰ ਇਸ ਦੁਆਰਾ ਪੇਸ਼ ਕੀਤਾ ਗਿਆ। ਕਿਸਨੇ ਦੁਆਰਾ ਪੇਸ਼ ਕੀਤਾ ਗਿਆ ਸੀ ਬੱਚੇ? ਇਹ ਵਾਲਾ ਤਾਂ ਇਹ ਵਾਲਾ ਜਿਹੜਾ ਐਕਟ ਸੀ ਕਿਹਨੇ ਕੀਤਾ ਸੀ? ਜਵਾਹਰ ਲਾਲ ਨਹਿਰੂ ਦੁਆਰਾ ਪੇਸ਼ ਕੀਤਾ ਗਿਆ ਸੀ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਦ ਮਿਨੀਮਮ ਏਜ ਆਫ ਦਾ ਵੋਟਰ ਇਨ ਇੰਡੀਆ। ਘੱਟੋ ਘੱਟ ਵੋਟ ਪਾਉਣ ਦੀ ਉਮਰ ਕਿੰਨੀ ਹੋਣੀ ਚਾਹੀਦੀ ਭਾਰਤ ਦੇ ਵਿੱਚ? ਤਾਂ 18 ਸਾਲ। ਠੀਕ ਹੈ। ਵਟ ਇਜ਼ ਦਾ ਮਿਨੀਮਮ ਪਰਮਿਸਿਬਲ ਏਜ ਫॉर ਦਾ ਇੰਪਲੋਇਮੈਂਟ ਇਨ ਐਨੀ ਫੈਕਟਰੀ ਔਰ ਮਾਈਨ। ਕਿਸੇ ਵੀ ਫੈਕਟਰੀ ਜਾਂ ਖਾਨ ਵਿੱਚ ਰੁਜ਼ਗਾਰ ਲਈ ਘੱਟੋ ਘੱਟ ਆਗਿਆਯੋਗ ਉਮਰ ਕਿੰਨੀ ਹੈ? ਤਾਂ ਆਗਿਆਯੋਗ ਜਿਹੜੀ ਉਮਰ ਹੈ ਬੱਚੇ ਉਹ ਕਿੰਨੀ ਹੈ? 14। ਯਾਨੀ 14 ਸਾਲ ਤੋਂ ਬਾਅਦ ਬੰਦਾ ਕਿਸੇ ਫੈਕਟਰੀ ਜਾਂ ਖਾਨ ਦੇ ਵਿੱਚ ਕੰਮ ਕਰ ਸਕਦਾ ਹੈ। ਵਿਚ ਸਟੇਟ ਗੌਰਮੈਂਟ ਹੈਜ਼ ਪ੍ਰੋਹਿਬਿਟਡ ਟੂ ਯੂਜ਼ ਦ ਵਰਡ ਹਰੀਜਨ ਐਂਡ ਦਾ ਰਿਪਲੇਸਡ ਇਟ ਬਾਏ ਅਨੁਸੂਚਿਤ ਜਾਤੀ ਇਨ ਆਫੀਸ਼ੀਅਲ ਵਰਕ। ਕਹਿੰਦਾ ਕਿਸ ਰਾਜ ਸਰਕਾਰ ਨੇ ਹਰੀਜਨ ਸ਼ਬਦ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ ਅਤੇ ਇਸ ਦੀ ਥਾਂ ਤੇ ਅਨੁਸੂਚਿਤ ਜਾਤੀ ਨੂੰ ਸਰਕਾਰੀ ਕੰਮ ਵਿੱਚ ਲਾਗੂ ਕੀਤਾ ਗਿਆ ਹੈ? ਸੋ ਕਿਹੜੀ ਸਟੇਟ ਨੇ ਕੀਤਾ ਹੈ ਬੱਚੇ? ਇਹ ਆਪਣਾ ਆਨਸਰ ਆਊਗਾ ਉੱਤਰ ਪ੍ਰਦੇਸ਼ ਨੇ। ਕਿਹਨੇ ਜੀ? ਉੱਤਰ ਪ੍ਰਦੇਸ਼ ਨੇ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। ਫਰੋਮ ਵਿਚ ਕੰਟਰੀ ਕੌਨਸਟੀਟਿਊਸ਼ਨ ਦਾ ਰੂਲ ਆਫ ਲਾ ਹੈਜ਼ ਬੀਨ ਬੋਰਡ। ਕਾਨੂੰਨ ਦਾ ਰਾਜ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ? ਠੀਕ ਹੈ, ਰੂਲ ਆਫ ਲਾਅ ਹੈਜ਼ ਬੀਨ ਬੋਰਡ ਕਿਹੜੀ ਕੰਟਰੀ ਤੋਂ ਲਿਆ ਗਿਆ ਹੈ? ਤਾਂ ਇਹ ਜਿਹੜਾ ਲਿਆ ਗਿਆ ਹੈ ਬੱਚੇ ਆਪਣਾ ਯੂਕੇ ਤੋਂ ਲਿਆ ਗਿਆ ਹੈ, ਯੂਕੇ ਤੋਂ। ਅਗਲਾ ਹੈ ਫੰਡਾਮੈਂਟਲ ਡਿਊਟੀਜ਼ ਵਰ ਇਨਕੋਰਪੋਰੇਟਡ ਇਨ ਇੰਡੀਅਨ ਕੌਨਸਟੀਟਿਊਸ਼ਨ ਇਨ ਵਿਚ ਈਅਰ। ਠੀਕ ਹੈ, ਭਾਰਤੀ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟ ਨੂੰ ਕਿਸ ਸਾਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ? ਠੀਕ ਹੈ ਜੀ, ਕਿਸ ਸਾਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ? 1976 ਦੇ ਵਿੱਚ ਕੀਤਾ ਗਿਆ ਸੀ। ਫਰੋਮ ਵਿਚ ਕੰਟਰੀ ਕੌਨਸਟੀਟਿਊਸ਼ਨ ਦਾ ਡਿਸਟ੍ਰੀਬਿਊਸ਼ਨ ਆਫ ਪਾਵਰ ਬਿਟਵੀਨ ਯੂਨੀਅਨ ਐਂਡ ਦਾ ਸਟੇਟ ਹੈਜ਼ ਬੀਨ ਬੋਰੋਡ। ਕਹਿੰਦਾ ਵੀ ਜਿਹੜੀ ਪਾਵਰਸ ਨੇ ਯੂਨੀਅਨ ਤੇ ਸਟੇਟ ਸਰਕਾਰ ਦੇ ਵਿੱਚ ਜਿਹੜੀ ਪਾਵਰਸ ਨੇ ਉਹਨਾਂ ਦੀ ਵੰਡ ਕਿਸ ਤਰੀਕੇ ਨਾਲ ਹੁੰਦੀ ਹੈ, ਇਹ ਆਪਾਂ ਨੇ ਜਿਹੜਾ ਕਿਸ ਦੇਸ਼ ਤੋਂ ਸੰਵਿਧਾਨ ਤੋਂ ਉਧਾਰ ਲਿਆ ਗਿਆ ਹੈ। ਠੀਕ ਹੈ, ਫਰੋਮ ਵਿਚ ਕੰਟਰੀ ਕੌਨਸਟੀਟਿਊਸ਼ਨ ਆਫ ਡਿਸਟ੍ਰੀਬਿਊਸ਼ਨ ਆਫ ਪਾਵਰਸ, ਜਿਹੜੀ ਪਾਵਰਸ ਨੇ ਉਹ ਯੂਨੀਅਨ ਤੇ ਸਟੇਟ ਦੇ ਵਿੱਚ ਜਿਹੜੀ ਵੰਡੀਆਂ ਗਈਆਂ ਉਹ ਪਾਵਰ ਦਾ ਜਿਹੜਾ ਆਪਾਂ ਲਿਆ ਗਿਆ ਆਈਡੀਆ ਉਹ ਕਿੱਥੋਂ ਲਿੱਤਾ? ਉਹ ਅਸੀਂ ਲਿੱਤਾ ਬੱਚੇ ਕਿਸ ਤੋਂ? ਬ੍ਰਿਟੇਨ ਤੋਂ। ਕਿੱਥੋਂ ਲਿੱਤਾ ਜੀ? ਬ੍ਰਿਟੇਨ ਤੋਂ। ਇਨ ਵਿਚ ਈਅਰ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਅਮੈਂਡਡ ਫॉर ਦਾ ਫਸਟ ਟਾਈਮ। ਭਾਰਤ ਦੇ ਸੰਵਿਧਾਨ ਵਿੱਚ ਪਹਿਲੀ ਵਾਰ ਸੰਸ਼ੋਧਨ ਕਿਸ ਸਾਲ ਕੀਤਾ ਗਿਆ ਸੀ? ਭਾਰਤ ਦੇ ਸੰਵਿਧਾਨ ਵਿੱਚ ਪਹਿਲੀ ਵਾਰ ਜਿਹੜੀ ਅਮੈਂਡਮੈਂਟ ਹੋਈ ਸੀ ਉਹ 1951 ਦੇ ਵਿੱਚ ਹੋਈ ਸੀ। ਠੀਕ ਹੈ ਜੀ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਆਲ ਚਿਲਡਰਨ ਫਰੋਮ 6 to 14 ਈਅਰ ਏਜ ਵਾਜ਼ ਮੇਡ ਅ ਫੰਡਾਮੈਂਟਲ ਰਾਈਟ ਬਾਈ ਵਿਚ ਆਫ ਦਾ ਫੋਲੋਇੰਗ ਅਮੈਂਡਮੈਂਟ। ਠੀਕ ਹੈ, ਕਹਿੰਦਾ 6 ਤੋਂ 14 ਸਾਲ ਦੀ ਉਮਰ ਦੇ ਸਾਰੇ ਵਿਦਿਆਰਥੀਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਸੋਧਾਂ ਦੁਆਰਾ ਇੱਕ ਮੌਲਿਕ ਅਧਿਕਾਰ ਬਣਾਇਆ ਗਿਆ ਸੀ? ਦੱਸੋ ਜੀ, ਕਿਹੜੀ ਅਮੈਂਡਮੈਂਟ ਦੇ ਵਿੱਚ ਬਣਾਇਆ ਗਿਆ ਸੀ? ਸੋ ਇਸ ਦਾ ਸਹੀ ਆਨਸਰ ਹੈ ਬੱਚੇ 86th ਅਮੈਂਡਮੈਂਟ 'ਚ। ਹੂ ਅਮੰਗ ਦਾ ਫੋਲੋਇੰਗ ਕੈਨ ਸਸਪੈਂਡ ਦਾ ਫੰਡਾਮੈਂਟਲ ਰਾਈਟ। ਦੱਸੋ ਜੀ, ਹੇਠ ਲਿਖੇ ਵਿੱਚੋਂ ਕੌਣ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਸਕਦਾ ਹੈ, ਯਾਨੀ ਸਸਪੈਂਡ ਕਰ ਸਕਦਾ ਹੈ, ਖਤਮ ਕਰ ਸਕਦਾ ਹੈ? ਸੋ ਕੌਣ ਕਰ ਸਕਦਾ ਹੈ ਬੱਚੇ? ਆਪਣਾ ਪ੍ਰੈਜ਼ੀਡੈਂਟ। ਠੀਕ ਹੈ ਜੀ। Which among the following article deal with rights of citizenship of certain person of Indian origin residing outside of India? ਹੇਠ ਲਿਖੇ ਧਾਰਾਵਾਂ ਵਿੱਚੋਂ ਕਿਹੜਾ
ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰਾਂ ਨਾਲ ਸੰਬੰਧਿਤ ਹੈ। ਯਾਨੀ ਜਿਹੜੇ ਇੰਡੀਅਨ ਨੇ ਬਾਹਰ ਰਹਿੰਦੇ ਨੇ ਉਹਨਾਂ ਲਈ ਕਿਹੜਾ ਆਰਟੀਕਲਸ ਹੈ ਬੱਚੇ? ਸੋ ਉਹਨਾਂ ਲਈ ਜਿਹੜਾ ਬੱਚੇ ਆਰਟੀਕਲ ਹੈ ਆਪਣੇ ਕੋਲ ਉਹ ਹੈਗਾ ਆਰਟੀਕਲ 8। ਠੀਕ ਹੈ ਜੀ। ਇਨ ਵਿਚ ਈਅਰ ਉੱਤਰਾਂਚਲ ਵਾਜ ਰੀਨੇਮਡ ਬਾਏ ਉੱਤਰਾਖੰਡ, ਕਿਸ ਸਾਲ ਦੇ ਵਿੱਚ ਉੱਤਰਾਂਚਲ ਦਾ ਨਾਮ ਬਦਲ ਕੇ ਉੱਤਰਾਖੰਡ ਰੱਖਿਆ ਗਿਆ ਸੀ? ਸੋ ਇਸ ਦਾ ਆਨਸਰ ਹੈ 2007 ਦੇ ਵਿੱਚ। ਹੂ ਰੋਟ ਦ ਬੁੱਕ ਦ ਸਪਿਰਿਟਸ ਆਫ ਲਾ, ਕਾਨੂੰਨਾਂ ਦੀ ਆਤਮਾ ਕਿਤਾਬ ਕਿਸਨੇ ਲਿਖੀ? ਤਾਂ ਇਹ ਲਿਖੀ ਆਪਣੀ ਮੌਂਟੈਸਕਿਊ ਨੇ। ਠੀਕ ਹੈ, ਮੌਂਟੈਸਕਿਊ ਨੇ ਲਿਖੀ ਸੀ ਇਹ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਬੱਚੇ। ਠੀਕ ਹੈ। Which article state that there shall be a council of minister with the prime minister at the head to aid and advise the president? ਕਹਿੰਦਾ ਕਿਹੜਾ ਆਰਟੀਕਲ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਦੀ ਇੱਕ ਪ੍ਰੀਸ਼ਦ ਹੋਵੇਗੀ ਜੋ ਰਾਸ਼ਟਰਪਤੀ ਨੂੰ ਸਹਾਇਤਾ ਤੇ ਸਲਾਹ ਦੇਵੇਗੀ। ਸੋ ਕਿਹੜਾ ਆਰਟੀਕਲ ਦੱਸਦਾ ਹੈ ਸਾਨੂੰ? ਸੋ ਇਸ ਦਾ ਆਨਸਰ ਹੈ ਆਰਟੀਕਲ ਨੰਬਰ 74। ਠੀਕ ਹੈ, ਕਿਹੜਾ ਦੱਸਦਾ ਹੈ? ਆਰਟੀਕਲ ਨੰਬਰ 74। Which amendment is related to goods and services tax? ਕਿਹੜੀ ਸੋਧ ਗੁੱਡਸ ਅਤੇ ਸਰਵਿਸ ਟੈਕਸ ਨਾਲ ਸੰਬੰਧਿਤ ਹੈ? ਦੱਸੋ ਕਿਹੜੀ ਅਮੈਂਡਮੈਂਟ ਦੇ ਵਿੱਚ GST ਨੂੰ ਇੰਟਰੋਡਿਊਸ ਕੀਤਾ ਗਿਆ ਸੀ? ਦੱਸੋ ਜੀ ਕਿਹੜੀ ਹੈ 'ਚ? ਉਹ ਆਪਣਾ ਹੈਗੀ 101 ਅਮੈਂਡਮੈਂਟ। ਠੀਕ ਹੈ ਜੀ। Who is the authorized to extend the judiciary of high court? ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ ਵਧਾਉਣ ਲਈ ਕੌਣ ਹਦਾਇਤ ਕਰਤਾ ਹੈ? ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ ਵਧਾਉਣ ਲਈ ਕੌਣ ਅਧਿਕਾਰਤ ਹੈ? ਠੀਕ ਹੈ ਜੀ। ਸੋ ਇਸ ਦਾ ਆਨਸਰ ਆਊਗਾ ਬੱਚੇ, ਦੱਸੋ ਕੀ ਆਊਗਾ? ਇਹਦਾ ਆਨਸਰ ਹੈ ਪਾਰਲੀਮੈਂਟ। ਹੂ ਐਡਮਿਨਿਸਟਰਸ ਓਥ ਟੂ ਏ ਜੱਜ ਆਫ ਦਾ ਹਾਈ ਕੋਰਟ? ਹਾਈ ਕੋਰਟ ਦੇ ਜੱਜ ਨੂੰ ਸਹੁੰ ਕੌਣ ਚੁਕਾਉਂਦਾ ਹੈ? ਹਾਈ ਕੋਰਟ ਦੇ ਜੱਜ ਨੂੰ ਸਹੁੰ ਕੌਣ ਚੁਕਾਉਂਦਾ ਹੈ? ਤਾਂ ਇਸ ਦਾ ਸਹੀ ਆਨਸਰ ਹੈ ਚੀਫ ਜਸਟਿਸ ਆਫ ਇੰਡੀਆ। ਚੀਫ ਜਸਟਿਸ ਆਫ ਇੰਡੀਆ ਜਿਹੜਾ ਹੈਗਾ ਉਹ ਕੀ ਕਰਦਾ ਹੈ? ਜੱਜ ਨੂੰ, ਹਾਈ ਕੋਰਟ ਦੇ ਜੱਜ ਨੂੰ ਸਹੁੰ ਚੁਕਾਉਂਦਾ ਹੈ। ਹਾਊ ਮੈਨੀ ਪਰਸੈਂਟੇਜ ਆਫ ਟੋਟਲ ਵੋਟਸ ਇਜ਼ ਰਿਕੁਆਇਰਡ ਬਾਈ ਅ ਪਾਰਟੀ ਇਨ ਦਾ ਸਟੇਟ ਜਨਰਲ ਔਰ ਅਸੈਂਬਲੀ ਇਲੈਕਸ਼ਨ ਟੂ ਬੀ ਰਿਕਗਨਾਈਜ਼ਡ ਐਜ਼ ਏ ਸਟੇਟ ਪੋਲੀਟੀਕਲ ਪਾਰਟੀ? ਰਾਜ ਦੀ ਰਾਜਨੀਤਿਕ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਆਮ ਜਾਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਵਿੱਚ ਕਿਸੇ ਪਾਰਟੀ ਨੂੰ ਕੁੱਲ ਵੋਟਾਂ ਦੇ ਕਿੰਨੇ ਪ੍ਰਤੀਸ਼ਤ ਦੀ ਲੋੜ ਹੁੰਦੀ ਹੈ? ਕਿੰਨੇ ਪ੍ਰਤੀਸ਼ਤ ਦੀ ਲੋੜ ਹੁੰਦੀ ਹੈ? ਤਾਂ ਆਪਣਾ ਆਨਸਰ ਆਊਗਾ ਜੀ 6% ਵੋਟਾਂ ਦੀ ਲੋੜ ਹੁੰਦੀ ਹੈ। ਠੀਕ ਹੈ ਜੀ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਹੈਜ਼ ਰਿਪਲੇਸਡ ਵਿਚ ਆਫ ਦਾ ਫੋਲੋਇੰਗ? ਠੀਕ ਹੈ ਜੀ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਰਿਪਲੇਸਡ ਕਰਤਾ ਕਿਹਨਾਂ ਨੂੰ ਕਰਦਾ ਬੱਚੇ? ਕਿਹਦੀ ਥਾਂ ਤੇ ਰਿਪਲੇਸ ਕੀਤਾ ਗਿਆ ਸੀ ਬੱਚੇ ਆਪਾਂ ਨੂੰ? ਸੋ ਇਸ ਦਾ ਆਨਸਰ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986। ਠੀਕ ਹੈ ਜੀ। ਇਨ ਵਿਚ ਈਅਰ ਆਫ ਦਾ ਫੋਲੋਇੰਗ ਜਨਰਲ ਇਲੈਕਸ਼ਨਸ ਆਫ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਵਰ ਯੂਜ਼ਡ ਦਾ ਫਸਟ ਟਾਈਮ? ਇਹਨਾਂ ਵਿੱਚੋਂ ਕਿਹੜੀਆਂ ਆਮ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ? ਕਿਹੜੇ ਇਲੈਕਸ਼ਨ 'ਚ? 1982 ਦੇ ਵਿੱਚ ਪਹਿਲੀ ਵਾਰ EVM ਮਸ਼ੀਨ ਦੀ ਵਰਤੋਂ ਕੀਤੀ ਗਈ ਸੀ। ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ ਟੈਕਸਿਸ ਆਰ ਇੰਪੋਜ਼ਡ ਐਂਡ ਕਲੈਕਟਡ ਬਾਈ ਦਾ ਸਟੇਟ ਗੌਰਮੈਂਟ? ਕਿਹੜੇ ਕਿਹੜੇ ਟੈਕਸ ਨੇ ਜਿਹੜੇ ਹੇਠ ਲਿਖਿਆਂ ਵਿੱਚੋਂ ਕਿਹੜਾ ਟੈਕਸ ਰਾਜ ਸਰਕਾਰ ਦੁਆਰਾ ਲਗਾਇਆ ਜਾਂਦਾ ਹੈ ਤੇ ਇਕੱਠਾ ਕੀਤਾ ਜਾਂਦਾ ਹੈ? ਦੇਖੋ ਸਟੇਟ ਡਿਊਟੀ ਵੀ ਲੈਂਦੇ ਨੇ ਉਹੀ, ਸੇਲਸ ਵੀ, ਲੈਂਡ ਰੈਵਨਿਊ ਤੇ, ਯਾਨੀ ਆਲ ਆਫ ਅਬਵ। ਯਾਨੀ ਇਸ ਕੁਐਸਚਨ ਦਾ ਸਹੀ ਆਨਸਰ ਕੀ ਆਊਗਾ? ਆਲ ਆਫ ਦਾ ਅਬਵ। ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ ਆਰਟੀਕਲ ਡੀਲ ਵਿਦ ਦਾ ਇਲੈਕਸ਼ਨ ਆਫ ਦਾ ਵਾਈਸ ਪ੍ਰੈਜ਼ੀਡੈਂਟ? ਹੇਠ ਲਿਖਿਆਂ ਵਿੱਚੋਂ ਕਿਹੜਾ ਆਰਟੀਕਲ ਹੈ ਜਿਹੜਾ ਉਪ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਹੈ? ਕਿਹੜਾ ਆਰਟੀਕਲ ਹੈ ਜਿਹੜਾ ਉਪ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਹੈ? ਸੋ ਆਪਣਾ ਆਨਸਰ ਕੀ ਆਊਗਾ ਜੀ? ਦੱਸੋ ਜੀ। ਸੋ ਆਪਣਾ ਆਨਸਰ ਆਊਗਾ ਆਰਟੀਕਲ 66। ਆਰਟੀਕਲ 66 ਹੈ ਜਿਹੜਾ ਉਹ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨਾਲ ਡੀਲ ਕਰਦਾ ਹੈ। ਹੂ ਕੈਨ ਰਿਮੂਵ ਦਾ ਵਾਈਸ ਪ੍ਰੈਜ਼ੀਡੈਂਟ ਫਰੋਮ ਹਿਜ਼ ਆਫਿਸ? ਦੱਸੋ ਜੀ ਵਾਈਸ ਪ੍ਰੈਜ਼ੀਡੈਂਟ ਨੂੰ ਉਸਦੇ ਆਫਿਸ ਚੋਂ ਕੌਣ ਰਿਮੂਵ ਕਰ ਸਕਦਾ ਹੈ? ਸੋ ਇਸ ਦਾ ਸਹੀ ਆਨਸਰ ਆਊਗਾ ਜੀ ਆਪਣਾ ਪਾਰਲੀਮੈਂਟ। ਕੌਣ ਕਰ ਸਕਦਾ ਹੈ ਜੀ? ਪਾਰਲੀਮੈਂਟ। ਦ ਟਰਮ ਆਫ ਦਾ ਆਫਿਸ ਆਫ ਵਾਈਸ ਪ੍ਰੈਜ਼ੀਡੈਂਟ ਇਟ ਐਜ਼ ਫੋਲੋਜ਼?
ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਟਰਮ ਹੁੰਦੀ ਹੈ ਉਹ ਕਿੰਨੇ ਸਾਲ ਦੀ ਹੁੰਦੀ ਹੈ? ਸੋ ਆਨਸਰ ਆਊਗਾ 5 ਸਾਲ ਦੀ ਹੁੰਦੀ ਹੈ। ਇਨੀਸ਼ੀਅਲੀ ਹਾਊ ਮੈਨੀ ਮੈਂਬਰ ਵਰ ਦਾ ਪਾਰਟ ਆਫ ਦਾ ਕੌਨਸਟੀਟਿਊਸ਼ਨਲ ਅਸੈਂਬਲੀ? ਸਟਾਰਟਿੰਗ ਦੇ ਵਿੱਚ ਕਿੰਨੇ ਮੈਂਬਰ ਸਨ ਕੌਨਸਟੀਟਿਊਸ਼ਨ ਅਸੈਂਬਲੀ ਦੇ? ਸੋ ਇਸ ਦਾ ਸਹੀ ਆਨਸਰ ਆਊਗਾ ਜੀ ਸੀ 399। What was the number of article at the time of commencement of the constitution? ਸੰਵਿਧਾਨ ਦੇ ਸ਼ੁਰੂ ਹੋਣ ਸਮੇਂ ਧਾਰਾਵਾਂ ਦੀ ਗਿਣਤੀ ਕਿੰਨੀ ਸੀ, ਯਾਨੀ ਕਿੰਨੇ ਆਰਟੀਕਲ ਸੀ ਸਟਾਰਟਿੰਗ ਦੇ ਵਿੱਚ? ਤਾਂ ਸਟਾਰਟਿੰਗ ਦੇ ਵਿੱਚ ਜਿਹੜੇ ਸਾਡੇ ਕੋਲ ਆਰਟੀਕਲ ਸੀ ਬੱਚੇ ਉਹ ਸੀ 395। Which of the following schedule of the Constitution of India deals with the matters like formation of a new state? ਭਾਰਤ ਦੇ ਸੰਵਿਧਾਨ ਦੀਆਂ ਹੇਠ ਲਿਖੀਆਂ ਅਨੁਸੂਚੀਆਂ ਵਿੱਚੋਂ ਕਿਹੜਾ ਇੱਕ ਨਵੇਂ ਰਾਜ ਦੇ ਗਠਨ ਵਰਗੇ ਮਾਮਲਿਆਂ ਨਾਲ ਨਜਿੱਠਦਾ ਹੈ? ਯਾਨੀ ਕਿ ਨਵੀਂ ਸਟੇਟ ਆਪਾਂ ਨੇ ਫਾਰਮੇਸ਼ਨ ਕਰਨੀ ਹੈ ਤਾਂ ਕਿਹੜੇ ਸ਼ਡਿਊਲ 'ਚ ਹੈਗਾ ਇਹ ਫਸਟ ਸ਼ਡਿਊਲ 'ਚ ਦੱਸਿਆ ਗਿਆ ਇਹਦੇ ਬਾਰੇ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ। ਵਿਚ ਹਾਊਸ ਇਜ਼ ਕਾਲਡ ਦਾ ਅਪਰ ਹਾਊਸ ਆਫ ਦਾ ਪਾਰਲੀਮੈਂਟ? ਕਿਹੜੇ ਹਾਊਸ ਨੂੰ ਅਪਰ ਹਾਊਸ ਕਿਹਾ ਜਾਂਦਾ ਹੈ ਪਾਰਲੀਮੈਂਟ ਦਾ? ਸੋ ਇਸ ਦਾ ਸਹੀ ਆਨਸਰ ਹੈ ਬੀ ਰਾਜ ਸਭਾ। ਸੋ ਰਾਜ ਸਭਾ ਨੂੰ ਅਪਰ ਹਾਊਸ ਕਿਹਾ ਜਾਂਦਾ ਹੈ ਤੇ ਲੋਕ ਸਭਾ ਨੂੰ ਲੋਅਰ ਹਾਊਸ ਕਿਹਾ ਜਾਂਦਾ ਹੈ। ਠੀਕ ਹੈ, ਸੋ ਅੱਜ ਦੀ ਵੀਡੀਓ 'ਚ ਆਪਾਂ ਇੰਨੇ ਹੀ ਕਰਾਂਗੇ। ਕੱਲ੍ਹ ਨੂੰ ਇਸ ਤੋਂ ਦੂਜੀ ਵੀਡੀਓ ਲੈ ਕੇ ਆਵਾਂਗੇ, ਬਾਕੀ ਦੇ ਕੁਐਸਚਨਸ ਦੂਜੀ ਵੀਡੀਓ ਵਿੱਚ ਕਰਾਂਗੇ। ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇ ਤੁਸੀਂ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕੁਐਸਚਨਸ ਨੂੰ ਜ਼ਰੂਰ ਦੇਖ ਕੇ ਜਾਓ ਤੇ ਪੜ੍ਹ ਕੇ ਜਾਓ, ਕਿਉਂਕਿ ਇਹਨਾਂ ਵਿੱਚੋਂ ਕੁਐਸਚਨਸ ਆਉਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਸੋ ਧੰਨਵਾਦ, ਥੈਂਕ ਯੂ ਸੋ ਮਚ।